ਹੈਲੋ ਸਟੂਡੈਂਟਸ, ਅੱਜ ਮੈਂ ਲੈਕਚਰ ਨੰਬਰ 9 ਲੈ ਕੇ ਹਾਜ਼ਰ ਹੋਇਆ। ਕਲਾਸ +1 3C ਐਕਸਰਸਾਈਜ਼ ਦੇ ਮੈਂ 1 to 9 ਤੱਕ ਕੁਐਸਚਨ ਕਰਵਾ ਚੁੱਕਿਆ। 10th ਕੁਐਸਚਨ ਤੋਂ ਔਨਵਰਡ ਅੱਗੇ ਸ਼ੁਰੂ ਕਰਾਂਗੇ। ਇਹ ਵਾਲੇ ਫਾਰਮੂਲੇ ਯੂਜ਼ ਹੋ ਰਹੇ ਆ ਇੱਥੇ sin A + B sin A cos B + cos A sin B cos A + B cos A cos B - sin A sin B tan A + B tan A + tan B 1 - tan A tan B tan 45 + θ 1 + tan θ 1 - tan θ cot A + B। ਬਿਲਕੁਲ ਇਹੀ ਫਾਰਮੂਲਾ, ਇੱਕ ਤਾਂ ਇਹਦਾ ਰੈਸੀਪ੍ਰੋਕਲ ਹੋ ਗਿਆ, ਨਾਲ ਦੀ ਨਾਲ ਮਾਈਨਸ ਦਾ ਸਾਈਨ ਜਿਹੜਾ ਉਹ ਚੇਂਜ ਹੋ ਗਿਆ। ਇਹ ਵਾਲਾ ਫਾਰਮੂਲਾ ਬਣ ਗਿਆ sin² A - sin² B sin A + B sin A - B cos² A - sin² B cos A + B cos A - B। ਇਹ ਹੁਣ ਤੁਸੀਂ ਫਾਰਮੂਲੇ ਜਿਹੜੇ ਆ ਯਾਦ ਰੱਖਣੇ ਆ। ਜੇ ਇੱਥੇ ਮਾਈਨਸ ਹੋਵੇ, ਜੇ ਮਾਈਨਸ ਹੋਵੇ ਤਾਂ ਫਾਰਮੂਲੇ 'ਚ ਮਾਈਨਸ ਆਉਣਾ, ਜੇ ਇੱਥੇ ਮਾਈਨਸ ਹੋਵੇ ਤਾਂ ਇੱਥੇ ਪਲੱਸ ਹੋ ਜਾਣਾ, ਜੇ ਇੱਥੇ ਮਾਈਨਸ ਹੋਵੇ ਤਾਂ ਇੱਥੇ ਮਾਈਨਸ ਤਾਂ ਇੱਥੇ ਪਲੱਸ ਹੋ ਜਾਊਗਾ। ਇੱਦਾਂ ਹੀ ਜੇ ਇੱਥੇ ਮਾਈਨਸ ਆਉਂਦਾ ਉੱਪਰ ਮਾਈਨਸ ਅਤੇ ਨੀਚੇ ਪਲੱਸ। ਕੋਟ ਦੇ ਫਾਰਮੂਲੇ 'ਚ ਸੇਮ ਇੱਦਾਂ ਹੀ, ਠੀਕ ਹੈ। ਇਹ ਫਾਰਮੂਲੇ ਜਿਹੜੇ ਆ ਇਹ ਤੁਸੀਂ ਯਾਦ ਰੱਖਣੇ ਆ। ਹੁਣ ਮੈਂ ਕੁਐਸਚਨ ਨੰਬਰ 10th ਕਰਾਉਣ ਜਾ ਰਿਹਾ। ਕੁਐਸਚਨ ਨੰਬਰ 10th, ਹੁਣ ਅਸੀਂ ਕਰਨ ਜਾ ਰਹੇ ਹਾਂ ਕੁਐਸਚਨ ਨੰਬਰ 10th। ਕੁਐਸਚਨ ਨੰਬਰ 10th ਕੁਐਸਚਨ ਹੈ ਜੀ, ਸ਼ੋ ਦੈਟ cot x cot 2x show that cot 2x minus cot 2x cot 3x minus cot 3x cot 2x cot x is equal to 1। ਇਹ ਅਸੀਂ ਸ਼ੋਅ ਕਰਨਾ। ਕਿਵੇਂ ਸ਼ੋਅ ਕਰਨਾ? ਇੱਥੇ ਵੀ ਇੱਕ ਰਿਲੇਸ਼ਨ ਦਿਖਾਈ ਦੇ ਰਿਹਾ 3x, ਇਹਦਾ ਸੋਲੂਸ਼ਨ we know 3x is equal to 2x plus x cot 3x is equal to cot of 2x plus x। ਇਹਦਾ ਅਸੀਂ ਫਾਰਮੂਲਾ ਪੜ੍ਹਿਆ ਸੀ cot 2x into cot x minus 1 over cot 2x into cot x। ਇਸ ਤੋਂ ਅਗਲੇ ਸਟੈਪ ਵਿੱਚ ਅਸੀਂ ਹੋਰ ਥੋੜ੍ਹਾ ਸਿੰਪਲੀਫਾਈ ਕਰਾਂਗੇ ਤਾਂ ਸਾਡਾ ਆਨਸਰ ਆ ਜਾਣਾ। ਠੀਕ ਹੈ ਜੀ, ਆਨਸਰ ਆ ਜਾਣਾ। ਮਲਟੀਪਲਾਈ ਕਰ ਦਿਓ। ਹਾਂਜੀ, ਮਲਟੀਪਲਾਈ ਕਰੀਏ। नीचे प्लस आना सी फॉर्मूले 'ਚ। हाँ जी, नीचे प्लस, थोड़ा फॉर्मूला गलत हो गया। प्लस cot x क्रॉस मल्टीप्लाई करो cot 3x cot 2x प्लस cot x इज़ इक्वल टू cot 2x cot x minus 1। मल्टीप्लाई कर दो cot 3x cot 2x cot 3x ਨੂੰ cot x ਨਾ ਕਰੋ, प्लस cot 3x cot of x cot of 2x cot of x minus 1। ਇਹ ਸਾਰੀਆਂ ਟਰਮਾਂ ਨੂੰ ਹੁਣ ਆਪਾਂ ਇੱਕ ਸਾਈਡ 'ਤੇ ਕਰਾਂਗੇ। ਇਹ ਵਾਲੀ ਟਰਮ ਪਹਿਲਾਂ ਆ ਰਹੀ ਆ, ਇਹ ਵਾਲੀ ਟਰਮ ਆ। ਠੀਕ ਹੈ ਜੀ, 1 ਇੱਧਰ ਲੈ ਕੇ ਆਓ, ਇੱਧਰ ਆ ਕੇ ਪਲੱਸ ਹੋ ਗਿਆ। ਇਹ ਟਰਮ ਨੂੰ ਐਜ਼ ਇਟ ਇਜ਼ ਲਿਖ ਦਿਓ cot 2x cot x। ਇਹ ਟਰਮਾਂ ਦੂਜੀ ਸਾਈਡ 'ਤੇ ਜਾ ਕੇ ਨੈਗੇਟਿਵ ਹੋਣਗੀਆਂ। cot 3x cot 2x cot 3x into cot x। ਇਹੀ ਅਸੀਂ ਸ਼ੋਅ ਕਰਨਾ ਸੀ। ਇੱਕ ਵਾਰੀ ਫਿਰ ਮੈਂ ਐਕਸਪਲੇਨ ਕਰ ਦੇਵਾਂ। ਇਹਦੇ ਵਿੱਚ ਇੱਕ ਐਂਗਲ x ਦਿਖਾਈ ਦੇ ਰਿਹਾ, 2x ਦਿਖਾਈ ਦੇ ਰਿਹਾ, 3x ਦਿਖਾਈ ਦੇ ਰਿਹਾ। ਸੋ ਇਹਨਾਂ 'ਚ ਇੱਕ ਰਿਲੇਸ਼ਨ ਆ 3x is equal to 2x plus 1 taking cotangent both side, then cot A plus B ਦਾ ਫਾਰਮੂਲਾ ਅਪਲਾਈ ਕਰਤਾ, then ਕ੍ਰੋਸ ਮਲਟੀਪਲਾਈ ਕਰਤੀ, ਬ੍ਰੈਕਟ ਓਪਨ ਕਰ ਦਿਓ। ਮਲਟੀਪਲਾਈ ਕਰਨ ਤੋਂ ਬਾਅਦ ਇਹਨਾਂ ਨੂੰ ਸੈਪਰੇਟ ਕਰ ਦਿਓ, 1 ਇੱਕ ਸਾਈਡ 'ਤੇ ਬਾਕੀ ਸਭ ਇੱਕ ਸਾਈਡ 'ਤੇ, ਤੋਂ ਆਨਸਰ ਆ ਗਿਆ।
ਇੱਦਾਂ ਹੀ ਤੁਸੀਂ 11th ਕੁਐਸਚਨ ਕਰ ਸਕਦੇ ਆ, ਉਹ ਵੀ ਬਿਲਕੁਲ ਸੇਮ ਆ। 11th ਕੁਐਸਚਨ ਦਾ ਮੈਂ ਜਸਟ ਇੱਕ ਹਿੰਟ ਦੇਣਾ, ਕਿਉਂਕਿ ਮੈਂ 9th ਕੁਐਸਚਨ ਵੀ ਕਰਵਾ ਚੁੱਕਿਆ, ਉਹ ਵੀ ਸੇਮ ਸੀ, ਸੇਮ ਲੌਜਿਕ। 10th ਕੁਐਸਚਨ 'ਚ ਵੀ ਸੇਮ ਕਨਸੈਪਟ ਆ, ਫਾਰਮੂਲਾ ਚੇਂਜ ਸੀ। ਅਤੇ ਨੈਕਸਟ ਜਿਹੜਾ ਕੁਐਸਚਨ ਆ 11th, ਉਸ ਕੁਐਸਚਨ ਦੇ ਵਿੱਚ ਇੱਕ 75 ਡਿਗਰੀ ਐਂਗਲ ਦਿਖਾਈ ਦੇ ਰਿਹਾ, ਇੱਕ ਐਂਗਲ ਦਿਖਾਈ ਦੇ ਰਿਹਾ 30, ਠੀਕ ਹੈ ਜੀ, ਅਤੇ ਇੱਕ ਉਹਦੇ 'ਚ 45 ਵੀ ਦਿਖਾਈ ਦੇਗਾ। ਅਤੇ ਅਸੀਂ ਕੀ ਕਰਾਂਗੇ, 75 ਨੂੰ 45 ਮਾਈਨਸ ਪਲੱਸ 30 ਕਰ ਦਾਂਗੇ, ਅਤੇ tan ਲੈ ਲਿਓ ਦੋਨਾਂ ਸਾਈਡਾਂ 'ਤੇ, tan 75 ਅਤੇ tan A ਪਲੱਸ tan B ਦਾ ਫਾਰਮੂਲਾ ਅਪਲਾਈ ਕਰ ਦਿਓ, ਆਨਸਰ ਆ ਜਾਊਗਾ। ਨੈਕਸਟ ਕੁਐਸਚਨ ਜੋ ਥੋੜ੍ਹਾ ਜਿਹਾ ਡੇਂਜਰਸ ਕਹਿ ਸਕਦੇ ਹਾਂ ਕੁਐਸਚਨ, ਉਹ ਆ ਜੀ ਕੁਐਸਚਨ ਨੰਬਰ 12th। ਕੁਐਸਚਨ ਨੰਬਰ 12th ਕਰੀਏ। ਕੁਐਸਚਨ ਨੰਬਰ 12th, prove that tan 50 degree is equal to tan 40 degree plus 2 tan 10 degree। तो इन्हां च भी रिलेशन दिखाई दे रहा 50 40 प्लस 10, एक 50 आ, एक 40 आ, तो एक 10 आ। सॉल्यूशन, we know 50 is equal to 40 plus 1 plus 10। tangent law, tangent 50 degree angle can be written as tan plus 40 plus 10। tan A plus B formula apply करो, tan 40 plus tan of 10, ये सारे डिग्री च एंगल है, ठीक है जी। बुक विच उन्होंने हर एक थां ते डिग्री चूज़ की है, तुसीं भी डिग्री ही चूज़ करो। मैं जिथे नहीं भी पा रहा, तुसीं अंडरस्टूड आ कि डिग्री आएगी, ठीक है जी। हर एक थां ते डिग्री पानी है जे स्टेटमेंट च है तो 1 माइनस tan 40 इंटू tan ऑफ 10, क्रॉस मल्टीप्लाई करांगे नैक्सट स्टैप विच, ठीक है जी। tan A प्लस B, tan A प्लस tan B, 1 माइनस tan A tan B। tan A प्लस B वाला फॉर्मूला असी अप्लाई किया, ठीक है जी, इत्थे लिख लियो। हाँ जी, क्रॉस मल्टीप्लाई करो, tan 50 इंटू 1 माइनस tan 40 इंटू tan ऑफ 10 इज़ इक्वल टू tan 40 प्लस tan ऑफ 10, ठीक है जी। tan ऑफ 10 हर एक थां ते डिग्री आनी है, मल्टीप्लाई करो, tan 50 माइनस tan 50 tan ऑफ 40 टेंजेंट ऑफ 10 tan ऑफ 40 tan 10। ਹੁਣ ਜਿਹਨਾਂ ਅਸੀਂ ਆਨਸਰ ਦੇਖਦੇ ਹਾਂ, ਜੋ ਅਸੀਂ ਸ਼ੋ ਕਰਨਾ, ਉਹਨੂੰ ਧਿਆਨ ਨਾਲ ਦੇਖੋ। tan 50 डिग्री ये वाली टर्म हैगी है, tan 40 भी आ रहा, tan 10 भी आ रहा, एक tan 10 होर आना, वो ये वाला आएगा। ਇਹਦਾ ਮੀਨਿੰਗ ਇਹ ਹੋਇਆ ਕਿ ਇਹ ਟਰਮਾਂ ਕੈਂਸਲ ਆਊਟ ਹੋਣਗੀਆਂ। ਕਿਵੇਂ ਹੋਣਗੀਆਂ ਉਹ ਮੈਂ ਹੁਣੇ ਦੱਸਦਾ। tan 40 ਨੂੰ ਅਸੀਂ ਚੇਂਜ ਕਰਕੇ ਲਿਖਾਂਗੇ, tan 50 ਨੂੰ ਚਾਹੇ 40 ਨੂੰ ਕਰ ਲਓ, ਆਪਣੀ ਚੁਆਇਸ ਆ। tan 50 ਨੂੰ ਅਸੀਂ ਚੇਂਜ ਕਰਕੇ ਲਿਖਾਂਗੇ। ਕਿਵੇਂ ਲਿਖੋਗੇ, tan 50 ਨੂੰ ਅਸੀਂ ਲਿਖ ਸਕਦੇ ਹਾਂ 90 ਮਾਈਨਸ 40, ਠੀਕ ਹੈ ਜੀ। 90 ਮਾਈਨਸ 40 50। 90 ਤੇ ਚੇਂਜ ਹੋਣਾ, ਕਿਉਂਕਿ ਵਾਈ ਐਕਸਿਸ ਤੇ ਹੈ ਨਾ 90, ਇਹ ਚੇਂਜ ਹੋਣਾ, tan ਚੇਂਜਸ ਟੂ cot ਥੀਟਾ। ਹੁਣ ਸਾਈਨ ਦੇਖਣਾ ਪਲੱਸ ਜਾਂ ਮਾਈਨਸ, 90 ਚੋਂ ਕੁਛ ਮਾਈਨਸ ਆ, ਇਹਦਾ ਮੀਨਿੰਗ ਇਹ ਹੋਇਆ ਕਿ ਫਸਟ ਕੁਆਡਰੈਂਟ and in first quadrant all t ratios are positive, so tan 50 is equal to, ਇਹ ਨਹੀਂ ਚੇਂਜ ਕਰਨਾ, ਇਹ ਤਾਂ ਪ੍ਰੈਜੈਂਟ ਆ ਸਟੇਟਮੈਂਟ ਵਿੱਚ, ਇਹਨੂੰ ਅਸੀਂ ਚੇਂਜ ਕਰਾਂਗੇ। ਇਟ ਇਜ਼ ਇਕੁਅਲ ਟੂ cot of 40, ਸਾਈਡ ਤੇ ਕਰਤਾ cot of 40 tan of 40 tan of 10
इज़ इक्वल टू tan 40 प्लस tan ऑफ 10। नेक्स्ट स्टेप tan 50 डिग्री माइनस cot इज़ इक्वल टू 1/10। उम्मीद है कि समझ आ रही होगी। tan ऑफ 10 tan 40 कैंसल माइनस tan 10 दूजी साइड ते लैके जाओ। ठीक है जी, ये हो गया tan 50 इज़ इक्वल टू tan ऑफ 40 प्लस tan ऑफ 10। tan 10 ये माइनस का tan 10 प्लस का हो गया दूजी साइड ते जाके तो हो गया डबल। यही असी शो करना सी। तुसी कहोगे सर समझ नहीं आई, तो मैं कहूँगा एक बार फिर देखो, एक बार फिर समझा देने आ देखो ये शो करना। तो अंडरस्टूड आ 50 इज़ इक्वल टू 40 प्लस 10। tan लिया दोनों साइडों ते tan a प्लस बी का फॉर्मूला लगाता tan a प्लस tan b 1 माइनस tan a tan b लगाता। फिर असी किया क्रॉस मल्टीप्लाई, ये क्रॉस मल्टीप्लाई हो गया। फिर असी ब्रैकेट ओपन की tan 50 ਨੂੰ 1 ਨਾਲ मल्टीप्लाई tan 50 ਨੂੰ ਇਹਦੇ ਨਾਲ मल्टीप्लाई। ठीक है जी, ये हो गया, ये एज इट इज़ लिख दिता। हुण जे ध्यान नाल देखिए ये टर्म भी आंसर च आ रही है, tan 10 भी आ रहा। ठीक है जी, tan 50 भी आ रहा। ये जी एक मिक्स टर्म आ, ये नहीं आंसर च आ रही। ये चों एक tan 10 आना जोड़ा इधर जाके प्लस होएगा बाद विच। ठीक है जी, हुण की करो tan 50 ਨੂੰ चेंज कर दो। tan 50 ਨੂੰ लिखो tan 90 माइनस 40। ठीक है जी, 90/x तो होने करके tan cot 40 हो गया, फर्स्ट क्वाड्रेंट करके साइन पॉजिटिव लग गया। ठीक है जी, लग गया। cot 40 हो गया, tan 50 मीनस cot 40, cot 40 1/tan 40 ये कैंसल हो गए, माइनस tan 10 बचा, ये उधर जाके प्लस हो के 2tan आ गया। हुण उम्मीद आ कि तुहानूं समझ आ गई होगी। नैक्सट क्वेश्चन करिए जो कि लास्ट वाले फार्मूले दे बेस्ड आ। क्वेश्चन नंबर 13। क्वेश्चन नंबर 13 13 ही 13 बाबे नानक दियाँ 13 ही 13। हाँ जी, प्रूव दैट, ये तो बहुत सिंपल है। प्रूव दैट फार्मूला बेस्ड साइन स्केयर 6x माइनस साइन स्केयर 4x, साइन स्केयर 6x माइनस साइन स्केयर 4x इज़ इक्वल टू साइन 2x साइन 2x साइन 10x। वेरी वेरी सिंपल। लैफ्ट हैंड साइड सॉल्व करो। लैफ्ट हैंड साइड साइन स्केयर 6x माइनस साइन स्केयर 4x। एक फॉर्मूला पढ़िया सी साइन स्केयर ए माइनस साइन स्केयर बी विच इज़ इक्वल टू साइन ए प्लस बी साइन ए माइनस बी। ठीक है जी, ये फार्मूला अप्लाई होना, ये वाला फार्मूला अप्लाई होएगा। साइन ए प्लस बी इंटू साइन ए माइनस बी साइन 10x माइनस कर दो साइन 2x विच इज़ राइट हैंड साइड। शो हो गया। ये तो दोबारा समझाने की लोड़ नहीं क्योंकि बहुत सिंपल सी। इदा ही तुसी नैक्सट क्वेश्चन कर सकते हैं। 14 क्वेश्चन देखते हैं असी। कॉस स्केयर 2x कॉस स्केयर 6x। क्वेश्चन नंबर 14 सेम फॉर्मूला यूज होना। क्वेश्चन नंबर 14 कॉस प्रूव दैट कॉस स्केयर 6x कॉस स्केयर 4x इज़ इक्वल टू कॉस स्केयर 2x कॉस स्केयर 6x कॉस स्केयर 2x माइनस कॉस स्केयर 6x।
sin 4x sin 8x ये असी शो करना। तो बहुत सिंपल आ, सेम फॉर्मूला यूज़ होना बट इत्थे कॉस है, इनू पहला असी साइन च चेंज करांगे। लैफ्ट हैंड साइड सोल्यूशन कॉस स्क्वेयर 2x कॉस स्क्वेयर 6x कॉस स्क्वेयर 1 माइनस साइन स्क्वेयर थीटा 1 माइनस साइन स्क्वेयर 2x माइनस 1 माइनस साइन स्क्वेयर 6x साइन च चेंज किया बिकॉज कॉस स्क्वेयर थीटा 1 माइनस साइन स्क्वेयर थीटा। ठीक है जी, चेंज करता। ब्रैकेट ओपन करो 1 कैंसल एंड वी लैफ्ट विद साइन स्क्वेयर 6x माइनस साइन स्क्वेयर 2x साइन स्क्वेयर ए माइनस साइन स्क्वेयर बी सेम फॉर्मूला अप्लाई कर दो जो असी क्वेश्चन नंबर 13 च कीता की सी ओ साइन 6x प्लस 2x इंटू साइन 6x माइनस 2x साइन 10x इंटू साइन 4x यही असी शो करना सी विच इज़ राइट हैंड साइड। नैक्सट क्वेश्चन नंबर 15 क्वेश्चन नंबर 15 क्वेश्चन नंबर 15 बहुत इंपॉर्टेंट एक्सरसाइज है। इफ साइन अल्फा ए गिवन है स्टेटमेंट इफ साइन अल्फा इज इक्वल टू 15/17 and cos alpha is equal to 12/13 find value of sin alpha plus beta नाल दी नाल cos अल्फा प्लस बीटा एंड tan ऑफ अल्फा प्लस बीटा ये असी 3 वैल्यूज़ कैलकुलेट करनियाँ कि इन्हां दी वैल्यू की होएगी। सानू साइन अल्फा ते cos अल्फा गिवन आ। वन थिंग इज़ मोर गिवन अल्फा एंड बीटा आर पॉजिटिव एक्यूट एंगल पॉजिटिव एक्यूट एंगल आ 90 डिग्री तो घट वाले आ। एक राइट एंगल ट्रायंगल बनाओ। ठीक है जी, ये एंगल अल्फा। ठीक है जी, ये एंगल अल्फा। इदां एक होर राइट एंगल ट्रायंगल बनाओ। ये एंगल बीटा 90 तो घट बनाया एक राइट एंगल ट्रायंगल लई। सोल्यूशन साइन अल्फा गिवन आ 15/17 ये की हुंदा परपेंडिकुलर ओवर हाइपोटेन्यूज। इसदा मीनिंग ये होया ये 15 हो गया परपेंडिकुलर, ये हो गया साडे कोल 17। तो जे तुसी ये कैलकुलेट करना हाइपोटेन्यूज उहदे लई की करोगे, उहदी सानू जरूरत पैगी, वो असीं हुण कैलकुलेट करांगे। परपेंडिकुलर साडे कोल 15 हाइपोटेन्यूज साडे कोल 17 तो सानू चाहिदा बेस स्केयर हाइपोटेन्यूज स्केयर माइनस परपेंडिकुलर स्केयर। इनू असी सिंपलीफाई कर लवांगे तो तुसी देखोगे सिंपलीफाई करन तो बाद साडे कोल 64 आएगा इत्थे। ठीक है जी, वैल्यू पॉजिटिव होने करके साडा जिहड़ा बेस आ वो 8 आ जाएगा। ठीक है जी, इत्थों हुण असी कॉस अल्फा भी लिख सकते हैं बेस ओवर हाइपोटेन्यूज दैट इज़ 8/17। ठीक है जी, हाइपोटेन्यूज 17 इत्थे पहुँच गए। मैनू टैन अल्फा की भी जरूरत पैगी। ठीक है जी, वो हुंदा परपेंडिकुलर ओवर बेस। परपेंडिकुलर 15 ओवर बेस 8 ये वैल्यू साडे कोल आ जाणगियां। ठीक है जी, 5/8
हाँ जी ये सी साडे कोल 15/17। हाँ जी हुण असीं बीटा की गल करांगे। ठीक है जी, उम्मीद है कि तुहानूं समझ आ गई होगी। अगेन ठीक है जी, अगेन ये सी साइन अल्फा तो वैल्यू कैलकुलेट की। हुण असीं करांगे कॉस ऑफ अल्फा गिवन आ 12/13। इस ट्रायंगल की गल करते पे हैं, परपेंडिकुलर बेस हाइपोटेन्यूज। कॉस की हुंदा साडे कोल बेस ओवर हाइपोटेन्यूज। सो साडे कोल बेस आ गया 12 एंड हाइपोटेन्यूज साडे कोल 13। ठीक है जी, उम्मीद है कि तुहानूं समझ आ रही होगी। ये हो गया साडे कोल 13, बेस साडे कोल 12। ठीक है जी, हुण असीं फरदर कैलकुलेशन करांगे। सानूं चाहिदा परपेंडिकुलर स्क्वेयर हाइपोटेन्यूज स्क्वेयर माइनस 12 बेस स्क्वेयर 169 माइनस 144 एंड लैफ्ट विद 25। सो परपेंडिकुलर की वैल्यू आ गई। सो परपेंडिकुलर आ गया 5। ठीक है जी, साइन अल्फा तो कॉस ते टैन अल्फा फाइंड कर ले। इदां ही कॉस अल्फा की हैल्प दे नाल हुण असीं फाइंड करांगे साइन अल्फा, साइन बीटा, सॉरी साइन बीटा गिवन से साइन 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 बीटा। हाँ जी, इत्थे बीटा गिवन आ, बीटा बीटा कॉस बीटा सी 12/13, उतों बेस 12 हाइपोटेन्यूज 13 कैलकुलेट करके परपेंडिकुलर आ गया 5। सो साइन बीटा की वैल्यू आ गई परपेंडिकुलर ओवर हाइपोटेन्यूज दैट इज़ 5 ओवर हाइपोटेन्यूज 13। टैन बीटा की वैल्यू, टैन बीटा की वैल्यू परपेंडिकुलर ओवर बेस 5 ओवर 12। ठीक है जी, ये असी वैल्यू कैलकुलेट कर लिया। हुण कोई औखा नहीं, असी कैलकुलेट करना फस्ट पार्ट साइन अल्फा प्लस बीटा, साइन अल्फा कॉस बीटा, कॉस बीटा कॉस अल्फा साइन बीटा। साइन है कॉस बी प्लस कॉस ए साइन ऑफ बी। ठीक है जी, वैल्यू पुट कर दो। साइन अल्फा की वैल्यू 15/17, कॉस बीटा की वैल्यू इत्थों देखोगे 12/13, कॉस अल्फा की वैल्यू देखोगे ये वाली 8/17 इंटू साइन बीटा की वैल्यू तुसी देखोगे ये वाली 5/13। ठीक है, 5/13। एलसीएम तो सेम ही आना। ठीक है जी, एलसीएम ले लियो 17 इंटू 13 मल्टीप्लाई कर लियो, इत्थे आ गया 40, ये आ गया 180। इनू सिंपलीफाई कर लियो, वो आ जाएगा आंसर। ठीक है जी, ऐड करके जे कैंसल होए तो कैंसल कर लियो। सैकेंड पार्ट भी इदां ही तुसी करना, कॉस अल्फा प्लस बीटा, कॉस अल्फा कॉस बीटा प्लस साइन प्लस वाले फॉर्मूले च माइनस साइन अल्फा साइन बीटा। वैल्यूज पुट कर दियो, सिंपलीफाई कर लियो। थर्ड पार्ट टैन अल्फा प्लस बीटा दी टैन ए प्लस टैन बी बीटा, टैन अल्फा प्लस टैन बीटा 1 माइनस टैन अल्फा टैन बीटा। इत्थे वैल्यू पुट कर दोगे, इहदा भी आंसर आ जाऊगा। मैं एक बार फिर एक्सप्लेन करदा, थोड़ी समझ घट आई लगती है। साइन अल्फा गिवन आ, कॉस बीटा गिवन आ। साइन अल्फा गिवन सी 15/17, साइन अल्फा हुंदा परपेंडिकुलर ओवर हाइपोटेन्यूज। सो परपेंडिकुलर 15 है हाइपोटेन्यूज। पाइथागोरस थ्योरम यूज़ करके असी बेस भी फाइंड कर लिया। हुण सानूं तिन्ने पता, बेस हाइपोटेन्यूज एंड परपेंडिकुलर तिनों पता। असी कॉस अल्फा टैन अल्फा कैलकुलेट कर ले। कॉस बीटा बेस ओवर हाइपोटेन्यूज बेस 12 हाइपोटेन्यूज 13। फिर असी पाइथागोरस थ्योरम यूज़ करके असी भी परपेंडिकुलर फाइंड कर लिया।
ਉੱਥੋਂ ਫਿਰ ਅਸੀਂ ਸਾਈਨ ਬੀਟਾ ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼ ਟੈਨ ਬੀਟਾ ਪਰਪੈਂਡੀਕੂਲਰ ਓਵਰ ਬੇਸ ਲਗਾ ਕੇ ਉਹ ਵੀ ਵੈਲਿਊ ਕੈਲਕੂਲੇਟ ਕਰ ਲਈਆਂ। ਹੁਣ ਜੇ ਤੁਹਾਨੂੰ ਸਾਈਨ ਅਲਫਾ ਪਲੱਸ ਬੀਟਾ ਦੀ ਵੈਲਿਊ ਪੁੱਛੀ ਆ, ਫਾਰਮੂਲਾ ਲਗਾ ਦਿਓ, ਇਹਦੀ ਵੈਲਿਊ ਇਹਦੀ ਵੈਲਿਊ ਇਹਦੀ ਵੈਲਿਊ ਇਹਦੀ ਵੈਲਿਊ ਪੁੱਟ ਕਰ ਦਿਓ, ਸਿੰਪਲੀਫਾਈ ਕਰਕੇ ਆਨਸਰ ਆ ਜਾਣਾ। ਇੱਦਾਂ ਹੀ ਕੋਸ ਅਲਫਾ ਪਲੱਸ ਬੀਟਾ ਦਾ ਫਾਰਮੂਲਾ ਅਪਲਾਈ ਕੀਤਾ, ਇਹਦੀ ਵੈਲਿਊ ਪੁੱਟ ਕਰੋ, ਇਹਦੀ ਕਰੋ, ਇਹਦੀ ਕਰੋ, ਇਹਦੀ ਕਰੋ, ਉਹ ਇਹਨਾਂ ਪਿਛਲੀਆਂ ਵੈਲਿਊ ਤੋਂ ਪੁੱਟ ਕਰਕੇ ਸਿੰਪਲੀਫਾਈ ਕਰਕੇ ਆਨਸਰ ਟੈਨ ਅਲਫਾ ਪਲੱਸ ਬੀਟਾ ਟੈਨ ਅਲਫਾ ਪਲੱਸ ਟੈਨ ਬੀਟਾ 1 ਮਾਈਨਸ ਟੈਨ ਅਲਫਾ ਟੈਨ ਬੀਟਾ, ਇਹਨਾਂ ਦੀਆਂ ਵੈਲਿਊਜ਼ ਵੀ ਆ ਪਈਆਂ। ਆ ਟੈਨ ਬੀਟਾ ਦੀ, ਇਹ ਟੈਨ ਅਲਫਾ ਦੀ, ਇਹ ਇੱਥੇ ਵੈਲਿਊ ਪੁੱਟ ਕਰਿਓ, ਸਿੰਪਲੀਫਾਈ ਕਰਨ ਤੋਂ ਬਾਅਦ ਆਨਸਰ ਆ ਜਾਊਗਾ। ਨੈਕਸਟ ਕੁਐਸਚਨ 16 ਕੁਐਸਚਨ ਤੁਸੀਂ ਆਪ ਟਰਾਈ ਕਰਨਾ, ਬਹੁਤ ਸਿੰਪਲ ਆ। ਜੇ ਕਹਿੰਦੇ ਆ ਤਾਂ ਥੋੜ੍ਹਾ ਹਿੰਟ ਦੇ ਦਿੰਦੇ ਆ ਕੀ ਗਿਵਨ ਆ ਜੀ ਉਹਦੇ 'ਚ। ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕਿਆ, ਮੈਂ ਕੰਪਲੀਟ ਐਕਸਰਸਾਈਜ਼ ਕਰਵਾਉਣਾ ਹਰ ਇੱਕ ਵੀਡੀਓ ਦੇ ਵਿੱਚ, ਚਾਹੇ 2 ਵੀਡੀਓ 'ਚ ਹੋਣ ਚਾਹੇ 3 'ਚ ਹੋਣ, ਠੀਕ ਹੈ ਜੀ। ਅਤੇ ਤੁਸੀਂ ਨਾਲ ਦੀ ਨਾਲ ਨੋਟਸ ਤਿਆਰ ਕਰੀ ਜਾਣੇ ਆ। ਕੁਐਸਚਨ ਇਹ ਆ ਕਿ ਸਾਈਨ ਏ ਗਿਵਨ ਆ, ਠੀਕ ਹੈ ਜੀ। ਸਟੇਟਮੈਂਟ ਕੀ ਆ, ਸਾਈਨ ਏ 1 ਓਵਰ ਅੰਡਰ ਰੂਟ 10 ਗਿਵਨ ਆ, ਇੱਕ ਸਾਈਨ ਬੀ ਗਿਵਨ ਆ 1 ਓਵਰ ਅੰਡਰ ਰੂਟ 5। ਅਤੇ ਕੁਐਸਚਨ ਇਹ ਆ ਏ ਐਂਡ ਬੀ ਆਰ ਪੋਜ਼ੀਟਿਵ ਐਕਿਊਟ ਐਂਗਲਸ ਦੇ ਗਿਵਨ ਆ, ਅਤੇ ਨਾਲ ਦੀ ਨਾਲ ਅਸੀਂ ਜੋ ਸ਼ੋਅ ਕਰਨਾ ਪ੍ਰੂਵ ਦੈਟ ਏ ਪਲੱਸ ਬੀ ਦੀ ਵੈਲਿਊ ਸ਼ੋਅ ਕਰਨੀ ਆ ਕਿ 45 ਆਉਂਦੀ ਆ, ਇਹ ਅਸੀਂ ਸ਼ੋਅ ਕਰਨਾ। ਬਹੁਤ ਸਿੰਪਲ ਆ ਸੋਲੂਸ਼ਨ ਇਹਦਾ। ਜਿੱਦਾਂ ਅਸੀਂ ਪਹਿਲਾ ਕੁਐਸਚਨ ਕੀਤਾ, ਬਿਲਕੁਲ ਐਜ਼ ਇਟ ਇਜ਼ ਇੱਦਾਂ ਹੀ ਕਰਨਾ। ਸਾਈਨ ਏ ਗਿਵਨ ਆ ਜੀ 1 ਓਵਰ ਅੰਡਰ ਰੂਟ 10, ਠੀਕ ਹੈ ਜੀ। ਇਹ ਜੇ ਆਪਾਂ ਏ ਲਗਾ ਲਈਏ 1 ਓਵਰ ਅੰਡਰ ਰੂਟ 10, ਕਿਉਂਕਿ ਇਹ ਹੁੰਦਾ ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼। ਇੱਥੋਂ ਫਿਰ ਤੁਸੀਂ ਕੀ ਕਰੋਗੇ, ਪਾਈਥਾਗੋਰਸ ਥਿਊਰਮ ਚੂਜ਼ ਕਰਕੇ ਤੁਸੀਂ ਹੁਣ ਬੇਸ ਫਾਈਂਡ ਕਰੋਗੇ। ਹਾਈਪੋਟੇਨਿਊਜ਼ ਦਾ ਸਕੇਅਰ 10 ਮਾਈਨਸ 1 तो 9 आ जाएगा, तो आ जाना 3, बेस आ जाएगा 3। तो तुसी हुण इत्थे लिख सकते हैं, सो तुहाडा परपेंडिकुलर 1 आ, हाईपोटेन्यूज अंडर रूट 10 एंड बेस तुहाडा हैगा 3। हुण इत्थों तुसी कैलकुलेट कर सकोगे कोस ऑफ ए बेस ओवर हाईपोटेन्यूज, बेस इज़ 3 एंड हाईपोटेन्यूज अंडर रूट 10। then sin b 1 ओवर अंडर रूट 5। राइट एंगल ट्रायंगल बनाओ, राइट एंगल ट्रायंगल, एंगल बी एक्यूट एंगल, साइन बी 1 ओवर अंडर रूट 5। इत्थे भी हाईपोटेन्यूज कैलकुलेट करांगे आपां। 5 बेस हैगा 5 माइनस 1 2, सो बेस आ गया 2। परपेंडिकुलर ओवर हाईपोटेन्यूज वही है परपेंडिकुलर 1, परपेंडिकुलर 1 हाईपोटेन्यूज इज़ अंडर रूट 5 एंड बेस इज़ 2। बाय पाइथागोरस थ्योरम बेस स्केयर इज़ इक्वल टू हाईपोटेन्यूज स्केयर माइनस बेस परपेंडिकुलर स्केयर, सो बेस इज़ 2। सो cos of A base over hypotenuse, base is 2 and hypotenuse is 5। ये असी वैल्यूज़ कैलकुलेट कर लिया। हुण असी A प्लस B की वैल्यू कैलकुलेट करनी है, उहदे लई यूज़ करांगे साइन A प्लस B साइन A cos B माइनस cos A साइन B, ये फॉर्मूला यूज़ कर लिए। साइन A की वैल्यू 1 ओवर अंडर रूट 10, cos B की वैल्यू 2 ओवर अंडर रूट 5 माइनस cos ऑफ A की वैल्यू 3 ओवर अंडर रूट 10
then sin b ਦੀ ਵੈਲਿਊ 1/√10 1/√10 cos sin b ਦੀ ਵੈਲਿਊ 1/√5 1/√5 ਸਿੰਪਲੀਫਾਈ ਕਰੋ ਸਿੰਪਲੀਫਾਈ ਕਰਾਂਗੇ ਪਲੱਸ √10 into √5 2 + 3 so sin a plus b is equal to 5/√10 into √5 which is further is equal to 5/2 √2 into √5 so 5 and √5 into √5 cancel and left with only 1/√2 so sin a plus b 1/√2 and 1/√2 is value of 45 sin 45 1/√2 sin a plus b is equal to sin 45 so sin cancel a plus b is equal to 45 ਇਹ ਸੀ ਸਾਡਾ ਕੁਐਸਚਨ ਨੰਬਰ 16 ਹੁਣ ਅਸੀਂ ਨੈਕਸਟ ਕਰਾਂਗੇ ਕੁਐਸਚਨ ਨੰਬਰ 17 ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 17 ਜੋ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੋਊਗਾ ਉਹ ਅਸੀਂ ਕੁਐਸਚਨ ਕਰਾਂਗੇ ਕੁਐਸਚਨ ਨੰਬਰ 17 ਦਾ ਫਸਟ ਪਾਰਟ of a part cot alpha 1/2 given a cot alpha 1/2 alpha belongs to pi to 3π/2 pi to 3π/2 secant beta -5/3 and beta lies between π/2 to π question ਇਹ ਕੀਤਾ find value of tan alpha plus beta tan alpha plus beta फाइंड करना तो साढ़े को फॉर्मूला होंदा tan alpha plus tan beta 1 - tan alpha tan beta कहने का मीनिंग ये होया इन्हां दो रिलेशन तो असी वैल्यू फाइंड करनी आ tan alpha दी एंड tan beta दी तो जे सानू tan alpha tan beta मिल गए फिर असी tan alpha plus beta की वैल्यू कैलकुलेट कर सकते हैं वो हुण असी करन जा रहे हैं हाँ जी सॉल्यूशन फर्स्ट ऑफ ऑल cot alpha 1/2 and alpha lies in pi to 3π/2 बड़े ध्यान दे नाल समझना pi to 3π/2 का मीनिंग आ थर्ड क्वाड्रेंट that is alpha lies in थर्ड क्वाड्रेंट ठीक है जी अल्फा लाइज इन थर्ड क्वाड्रेंट राइट एंगल ट्रायंगल बनाओ राइट एंगल ट्रायंगल ये एंगल हो गया अल्फा परपेंडिकुलर बेस हाइपोटेन्यूज cot alpha 1/2 so tan alpha 2 2 ਨੂੰ ਅਸੀਂ ਲਿਖ ਸਕਦੇ ਹਾਂ 2/1 वैसे बहुती जरूरत नहीं क्योंकि थर्ड क्वाड्रेंट ਦੇ ਵਿੱਚ tan पॉजिटिव ही ਹੁੰਦਾ
ਸੋ ਟੈਨ ਦੀ ਵੈਲਿਊ ਤਾਂ ਆ ਚੁੱਕੀ ਆ, ਠੀਕ ਹੈ ਜੀ। ਥਰਡ ਕੁਆਡਰੈਂਟ ਦੇ ਵਿੱਚ ਟੈਨ ਅਲਫਾ ਪੋਜ਼ਿਟਿਵ ਹੀ ਆਉਣਾ, ਕੁਛ ਵੀ ਫਰਦਰ ਸਾਨੂੰ ਕਰਨ ਦੀ ਜ਼ਰੂਰਤ ਨਹੀਂ, ਪੋਜ਼ਿਟਿਵ ਹੀ ਹੈਗਾ ਅਤੇ ਪੋਜ਼ਿਟਿਵ ਹੀ ਚਾਹੀਦਾ ਸੀ, ਕਿਉਂਕਿ ਥਰਡ ਕੁਆਡਰੈਂਟ ਦੇ ਵਿੱਚ ਐਡ ਸ਼ੂਗਰ ਟੂ ਕੌਫੀ, ਥਰਡ ਵਿੱਚ ਟੈਨ ਪੋਜ਼ਿਟਿਵ। ਸੋ ਇਟ ਸਾਡੇ ਕੋਲ ਟੈਨ ਦੀ ਵੈਲਿਊ ਆ ਚੁੱਕੀ ਆ। ਹੁਣ ਇਹਦਾ ਨੰਬਰ ਲੈ ਲਓ ਫਸਟ। ਉਸ ਤੋਂ ਬਾਅਦ ਅਸੀਂ ਦੇਖਾਂਗੇ ਸੀਕੈਂਟ ਬੀਟਾ। ਅਗੇਨ secant beta ਦੀ ਵੈਲਿਊ -5/3 and beta lies in second π/2 to second quadrant. π/2 to π means second quadrant। ਆ ਦੇਖੋ ਇੱਥੇ π/2 ਇੱਥੇ ਹੁੰਦਾ π means ਇਹਦੇ ਚ ਲਾਈ ਕਰ ਦਿਓ ਸੈਕੰਡ ਕੁਆਡਰੈਂਟ 'ਚ। ਇੱਥੋਂ ਅਸੀਂ ਕੋਸ ਬਣਾ ਸਕਦੇ ਹਾਂ। ਸੋ ਕੋਸ ਆ ਗਿਆ ਮੇਰੇ ਕੋਲ -3/5। ਠੀਕ ਹੈ ਜੀ। ਇੱਕ ਅਸੀਂ ਰਾਈਟ ਐਂਗਲ ਟ੍ਰਾਇੰਗਲ ਬਣਾਵਾਂਗੇ। ਰਾਈਟ ਐਂਗਲ ਟ੍ਰਾਇੰਗਲ ਅਸੀਂ ਕਨਸੈਪਟ ਸੇਮ ਯੂਜ਼ ਕਰਨਾ। ਮੈਂ ਡਾਇਰੈਕਟ ਵੀ ਵੈਲਿਊ ਕੈਲਕੂਲੇਟ ਕਰ ਸਕਦਾ ਸੀਕੈਂਟ ਦੀ, ਕਿਵੇਂ 1 + tan ਸਕੁਏਅਰ ਥੀਟਾ ਸੀਕੈਂਟ ਸਕੁਏਅਰ ਥੀਟਾ, ਪਰ ਮੈਂ ਉਹ ਕਨਸੈਪਟ ਯੂਜ਼ ਨਹੀਂ ਕਰਨਾ। ਅਸੀਂ ਇਸ ਢੰਗ ਦੇ ਨਾਲ ਇਹਨੂੰ ਸਿੱਖਾਂਗੇ। ਇਹ ਪਰਪੈਂਡੀਕੂਲਰ, ਇਹ ਬੇਸ, ਇਹ ਹਾਈਪੋਟੇਨਿਊਜ਼। ਹਾਂ, ਇੱਦਾਂ ਵੀ ਨਾ ਦੇਖੋ, ਤੁਸੀਂ ਇਹਨੂੰ ਬਣਾਓ ਸੈਕੰਡ ਕੁਆਡਰੈਂਟ ਦੇ ਵਿੱਚ ਬਣਾਓ ਰਾਈਟ ਐਂਗਲ ਟ੍ਰਾਇੰਗਲ। ਇਹ ਐਂਗਲ ਹੋ ਗਿਆ ਸਾਡਾ, ਇਹ ਵਾਲਾ ਐਂਗਲ ਕਿੰਨਾ ਗਿਵਨ ਹੈ, ਐਂਗਲ ਬੀਟਾ। ਇਹ ਐਂਗਲ ਸਾਡਾ ਬੀਟਾ, ਠੀਕ ਹੈ ਜੀ। ਇਹ ਹੁੰਦਾ ਪਰਪੈਂਡੀਕੂਲਰ, ਇਹ ਹਾਈਪੋਟੇਨਿਊਜ਼, ਇਹ ਹੁੰਦਾ ਬੇਸ। ਇੱਥੇ ਹੁਣ ਬੇਸ ਨੈਗੇਟਿਵ ਆਉਣਾ, ਠੀਕ ਹੈ ਜੀ। ਇਹ ਪੋਜ਼ਿਟਿਵ ਹੀ ਆਉਣਾ, ਜਿੰਨਾ ਵੀ ਆਏਗਾ ਇਹ ਵੀ ਹਮੇਸ਼ਾ ਪੋਜ਼ਿਟਿਵ ਹੀ ਹੁੰਦਾ। ਇਹ ਮੈਂ ਤੁਹਾਨੂੰ ਦੱਸ ਚੁੱਕਿਆ, ਕਿਉਂਕਿ ਵਾਈ ਐਕਸਿਸ ਓਰੀਜਨ ਤੋਂ ਉੱਪਰ ਪੋਜ਼ਿਟਿਵ, ਓਰੀਜਨ ਤੋਂ ਲੈਫਟ ਸਾਈਡ 'ਤੇ ਜੋ ਐਕਸ ਦੀਆਂ ਵੈਲਿਊਜ਼ ਹੁੰਦੀਆਂ ਉਹ ਨੈਗੇਟਿਵ ਹੁੰਦੀਆਂ। ਸੋ ਬੇਸ ਆਉਣਾ ਇੱਥੇ ਨੈਗੇਟਿਵ, ਠੀਕ ਹੈ ਜੀ। ਇਹ ਆ ਗਿਆ ਸਾਡੇ ਕੋਲ ਬੇਸ ਓਵਰ ਹਾਈਪੋਟੇਨਿਊਜ਼। ਬੇਸ ਮੇਰਾ -3 ਆ, ਹਾਈਪੋਟੇਨਿਊਜ਼ ਮੇਰਾ 5 ਆ। ਇਹ ਮੈਂ ਕਨਸੈਪਟ ਪਹਿਲਾਂ ਸਮਝਾ ਚੁੱਕੇ ਹਾਂ। ਜਿਹਨੂੰ ਇਹ ਕਨਸੈਪਟ ਨਹੀਂ ਸਮਝ ਆਇਆ, ਉਹ ਐਕਸਰਸਾਈਜ਼ ਜਦੋਂ ਅਸੀਂ 20 ਕੀਤੀ ਸੀ ਨਾ, ਉਹਦੇ ਲਾਸਟ ਸਮ ਸੀ ਜਿਹੜੇ ਉਹ ਕਰਵਾਏ ਆ। ਮੇ ਬੀ ਲੈਕਚਰ ਨੰਬਰ 5 ਜਾਂ 6 ਹੋਏਗਾ, ਉਹ ਤੁਸੀਂ ਦੇਖ ਲਿਓ। ਇਹ ਕਨਸੈਪਟ ਸਮਝਣ ਦੇ ਲਈ ਤੁਸੀਂ ਐਕਸਰਸਾਈਜ਼ 3B ਦੇਖਣੀ ਹੈ, 3B ਦੇ ਲਾਸਟ ਪਾਰਟ, ਠੀਕ ਹੈ ਜੀ। ਬੇਸ ਨੈਗੇਟਿਵ ਲੈਣਾ ਸੀ, ਉਹ ਲੈ ਲਿਆ। ਹਾਈਪੋਟੇਨਿਊਜ਼ ਹਮੇਸ਼ਾ ਪੋਜ਼ਿਟਿਵ ਹੀ ਹੁੰਦਾ। ਇੱਥੋਂ ਤੁਸੀਂ ਕੈਲਕੂਲੇਟ ਕਰੋ ਪਰਪੈਂਡੀਕੂਲਰ ਹਾਈਪੋਟੇਨਿਊਜ਼ ਸਕੁਏਅਰ ਬੇਸ ਸਕੁਏਅਰ ਕਿੰਨਾ ਆ ਗਿਆ, 25 - 9 16 ਆ ਗਿਆ। ਸੋ ਪਰਪੈਂਡੀਕੂਲਰ ਲਵਾਂਗੇ 4, ਮਾਈਨਸ ਸਾਈਨ ਨਹੀਂ ਲੈਣਾ, ਮਾਈਨਸ ਨਹੀਂ ਲੈਣਾ, ਕਿਉਂਕਿ ਉਹ ਪੋਜ਼ਿਟਿਵ ਹੀ ਚਾਹੀਦਾ। ਸੋ ਹੁਣ ਇੱਥੋਂ ਮੈਂ ਲਿਖ ਸਕਦਾ ਟੈਨ ਬੀਟਾ ਕੀ ਆਏਗਾ ਮੇਰੇ ਕੋਲ, ਉਹ ਹੁੰਦਾ ਪਰਪੈਂਡੀਕੂਲਰ ਓਵਰ ਬੇਸ, ਠੀਕ ਹੈ ਜੀ। ਪਰਪੈਂਡੀਕੂਲਰ ਦੀ ਵੈਲਿਊ ਆ 4 ਐਂਡ ਬੇਸ ਆ ਮੇਰੇ ਕੋਲ -3। ਇਹ ਆ ਗਈ ਮੇਰੀ ਟੈਨ ਆਫ ਬੀਟਾ ਦੀ ਵੈਲਿਊ, ਟੈਨ ਅਲਫਾ 2। ਹੁਣ ਮੈਂ ਬਹੁਤ ਈਜ਼ੀਲੀ ਟੈਨ ਅਲਫਾ + ਬੀਟਾ ਦੀ ਵੈਲਿਊ ਕੈਲਕੂਲੇਟ ਕਰ ਲਵਾਂਗਾ, ਠੀਕ ਹੈ ਜੀ। ਉਹ ਕਰੀਏ, ਟੈਨ ਅਲਫਾ + ਬੀਟਾ ਦੀ ਵੈਲਿਊ ਕੈਲਕੂਲੇਟ ਹੁਣ ਅਸੀਂ ਕਰਾਂਗੇ। ਟੈਨ ਅਲਫਾ + ਬੀਟਾ, ਫਾਰਮੂਲਾ ਸੀ ਟੈਨ ਅਲਫਾ ਟੈਨ ਬੀਟਾ 1 - ਟੈਨ ਅਲਫਾ ਟੈਨ ਬੀਟਾ। ਟੈਨ ਅਲਫਾ ਦੀ ਵੈਲਿਊ ਸੀ ਮੇਰੇ ਕੋਲ 2, ਟੈਨ ਬੀਟਾ ਦੀ ਵੈਲਿਊ ਮੇਰੇ ਕੋਲ ਹੈਗੀ ਆ -4/3। 1 - ਟੈਨ ਅਲਫਾ ਦੀ ਵੈਲਿਊ 2 × -4/3। ਇਹਨੂੰ ਹੁਣ ਅਸੀਂ ਸਿੰਪਲੀਫਾਈ ਕਰਾਂਗੇ ਅਤੇ ਨਾਲ ਹੀ ਆਨਸਰ ਆ ਜਾਣਾ। ਹਾਂਜੀ, ਉੱਪਰ ਆ ਗਿਆ 3 ਐਲਸੀਅਮ 6 - 4, ਨੀਚੇ ਵੀ 3 ਐਲਸੀਅਮ 3 + 8 -, 3 ਕੈਂਸਲ 2/11। ਇਹ ਆਨਸਰ ਆ ਜੀ, ਠੀਕ ਹੈ ਜੀ। ਇਹ ਆਨਸਰ ਆ।
ਉਮੀਦ ਆ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਮੈਨੂੰ ਤਾਂ ਲੱਗਦਾ ਸੀ ਲਾਸਟ ਕੁਐਸਚਨ ਆ, ਬਟ ਹੋਰ ਇੱਕ ਕੁਐਸਚਨ ਜਿਹੜਾ ਉਹ ਮੈਨੂੰ ਕਰਾਉਣਾ ਪੈਣਾ। ਬਹੁਤ ਇੰਪੋਰਟੈਂਟ ਆ ਐਂਡ ਬੜਾ ਲੌਜੀਕਲ ਆ ਕੁਐਸਚਨ। ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣੇ ਚਾਹੀਦੇ ਆ, ਇਸ ਕਰਕੇ ਮੈਂ ਲਾਸਟ ਕੁਐਸਚਨ ਜੋ 18 ਆ ਉਹ ਵੀ ਕਰਵਾਵਾਂ। ਕੁਐਸਚਨ ਨੰਬਰ 18 ਅੱਜ ਦਾ ਲਾਸਟ ਕੁਐਸਚਨ ਇਸ ਵੀਡੀਓ ਦਾ। ਵੀਡੀਓ 40 ਮਿੰਟ ਦੀ ਹੋ ਚੁੱਕੀ ਹੈ, ਥੋੜੀ ਉੱਪਰ ਹੀ ਜਾ ਰਹੀ ਹੈ। ਇਫ ਥੀਟਾ ਪਲੱਸ ਅਲਫਾ ਥੀਟਾ ਪਲੱਸ ਫਾਈ ਅਲਫਾ ਸਟੇਟਮੈਂਟ ਆ ਥੀਟਾ ਪਲੱਸ ਫਾਈ ਅਲਫਾ ਐਂਡ ਸਾइन थीटा इज़ इक्वल टू के साइन फाई, ये गिवन है। प्रूव दैट प्रूव करना tan थीटा इज़ इक्वल टू के साइन अल्फा ओवर 1 प्लस के कोस अल्फा, ये असीं शो करना। जो शो करना ਉਹਨੂੰ ਧਿਆਨ ਨਾਲ ਦੇਖੋ, ਉਹਦੇ 'ਚ ਇੱਕ ਥੀਟਾ ਆ ਰਿਹਾ ਅਤੇ ਇੱਕ ਅਲਫਾ ਆ ਰਿਹਾ, ਫਾਈ ਤਾਂ ਆ ਹੀ ਨਹੀਂ ਰਿਹਾ ਉਹਦੇ ਵਿੱਚ। ਸੋ ਸਾਡਾ ਮਕਸਦ ਇਹ ਆ ਕਿ ਅਸੀਂ ਫਾਈ ਨੂੰ ਜੇ ਐਲੀਮੀਨੇਟ ਕਰ ਦਈਏ ਤਾਂ ਸਾਡਾ ਆਨਸਰ ਆ ਜਾਣਾ। ਠੀਕ ਹੈ ਜੀ। ਸੋ ਸਾਡਾ ਮਕਸਦ ਕੀ ਆ, ਅਸੀਂ ਕੀ ਕਰਨਾ, ਫਾਈ ਨੂੰ ਕਰਨਾ ਐਲੀਮੀਨੇਟ। ਠੀਕ ਹੈ ਜੀ। ਥੀਟਾ ਪਲੱਸ ਫਾਈ ਸਾਡੇ ਕੋਲ ਅਲਫਾ ਐਂਡ ਸਾइन थीटा इज़ इक्वल टू के साइन फाई। जो मैं शो करना वो उस रिजल्ट ਨੂੰ ਧਿਆਨ ਨਾਲ ਦੇਖੋ, ਉਹਦੇ 'ਚ ਫਾਈ ਕਿਤੇ ਨਹੀਂ ਆ ਰਿਹਾ। ਸੋ ਇੱਥੋਂ ਫਾਈ ਕੈਲਕੂਲੇਟ ਕਰਕੇ ਇੱਥੇ ਪੁੱਟ ਕਰ ਦਿਓ। ਇੱਥੋਂ ਫਾਈ ਦੀ ਵੈਲਿਊ ਕੀ ਆ ਗਈ, ਅਲਫਾ ਮਾਈਨਸ ਥੀਟਾ। ਠੀਕ ਹੈ ਜੀ। ਇਹਨੂੰ ਕੀ ਕਰੋ, ਪੁੱਟ ਕਰ ਦਿਓ ਇਸ ਫਸਟ ਨੰਬਰ ਰਿਲੇਸ਼ਨ ਦੇ ਵਿੱਚ। ਸੋ ਸਾइन ਥੀਟਾ ਕੇ ਸਾइन फाई, फाई मीन्स अल्फा माइनस थीटा। फार्मूला अप्लाई कर दो साइन ए प्लस बी, सॉरी साइन ए माइनस बी, साइन ए कॉस बी माइनस कॉस ए साइन बी। सैपरेट करो के साइन अल्फा कॉस थीटा माइनस के कॉस अल्फा साइन थीटा। साइन थीटा वाली टर्मां ਨੂੰ ਅਸੀਂ ਇੱਕ ਸਾਈਡ 'ਤੇ ਕਰਾਂਗੇ, ਬਾਕੀਆਂ ਨੂੰ ਇੱਕ ਸਾਈਡ 'ਤੇ ਕਰਾਂਗੇ। ਸਾइन ਥੀਟਾ ਕਾਮਨ 1 ਪਲੱਸ ਕੇ ਕੋਸ ਅਲਫਾ। ਠੀਕ ਹੈ ਜੀ। ਇੱਧਰ ਰਹਿ ਗਿਆ ਕੇ ਸਾइन ਅਲਫਾ ਕੋਸ ਥੀਟਾ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਊਗੀ। ਮੈਂ ਇੱਕ ਵਾਰੀ ਫਿਰ ਐਕਸਪਲੇਨ ਕਰੂੰਗਾ। ਇੱਥੋਂ ਹੁਣ ਜੇ ਅਸੀਂ ਕੋਸ ਨਾਲ ਡਿਵਾਈਡ ਕਰ ਦਈਏ, ਠੀਕ ਹੈ ਜੀ, ਇਹ ਆ ਗਿਆ ਸਾइन ਥੀਟਾ ਓਵਰ ਕੋਸ ਥੀਟਾ। ਠੀਕ ਹੈ ਜੀ। ਡਿਵਾਈਡ ਕਰਤਾ, ਇਹਨੂੰ ਉੱਧਰ ਕਰ ਦਿਓ ਕ੍ਰੋਸ ਮਲਟੀਪਲਾਈ। ਉਹ ਆ ਗਿਆ ਸਾਡੇ ਕੋਲ ਕੇ ਸਾइन ਅਲਫਾ ਓਵਰ 1 ਪਲੱਸ ਕੇ ਕੋਸ ਅਲਫਾ। ਇਹ ਜੋ ਅਸੀਂ ਪ੍ਰੂਫ ਕਰਨਾ ਸੀ ਪ੍ਰੂਫ ਹੋ ਗਿਆ। ਤੁਸੀਂ ਕਹੋਗੇ ਸਰ ਜਲਦੀ ਕਰਾ ਤਾਂ ਸਮਝ ਨਹੀਂ ਆਇਆ, ਤੇ ਮੈਂ ਕਹੂੰਗਾ ਇੱਕ ਵਾਰੀ ਹੋਰ ਸਮਝ ਲਓ ਫਿਰ। ਆ ਦੇਖੋ ਥੀਟਾ ਪਲੱਸ ਫਾਈ ਅਲਫਾ, ਇੱਕ ਸਾइन ਥੀਟਾ ਕੇ ਸਾइन ਫਾਈ ਗਿਵਨ ਹੈ, ਮੈਂ ਦੁਬਾਰਾ ਲਿਖ ਲਏ। ਠੀਕ ਹੈ ਜੀ। ਇਹਦਾ ਨੰਬਰ ਕੁਐਸਚਨ ਨੰਬਰ 1 ਪਾਤਾ। ਮੈਂ ਨਾ ਦੇਖਦਾ ਸੀ ਜਦੋਂ ਪ੍ਰੂਫ ਵਿੱਚ ਫਾਈ ਆ ਹੀ ਨਹੀਂ ਰਿਹਾ, ਮੈਂ ਕੀ ਕੀਤਾ, ਇੱਥੋਂ ਫਾਈ ਦੀ ਵੈਲਿਊ ਕੈਲਕੂਲੇਟ ਕਰ ਲਈ, ਅਲਫਾ ਮਾਈਨਸ ਥੀਟਾ। ਇਹਨੂੰ ਇੱਥੇ ਫਾਈ ਦੀ ਥਾਂ 'ਤੇ ਪੁੱਟ ਕਰ ਦਿੱਤਾ, ਅਲਫਾ ਮਾਈਨਸ ਥੀਟਾ। ਫਿਰ ਸਾइन ए ਮਾਈਨਸ ਬੀ ਦਾ ਫਾਰਮੂਲਾ लगाया, साइन ए कोस बी माइनस कोस ए साइन बी। कौन सा फार्मूला लगाया, साइन ए माइनस बी फार्मूला लगाया। ठीक है जी। फिर की ਨੂੰ ਮਲਟੀਪਲਾਈ ਕੀਤਾ ਇਨਸਾਈਡ। साइन थीटे वालियां टर्मां एक साइड ਤੇ, ਇਹ ਵਾਲੀਆਂ, ਇਹ ਵਾਲੀ टर्म एज इट इज़। ठीक है जी। ਇਹਨੂੰ मैं लैफ्ट साइड ਤੇ ਲੈ ਕੇ ਆਇਆ। दैन साइन थीटा कॉमन कोस थीटा, थीटे वाली टर्मां ਨੂੰ ਇੱਕ ਸਾਈਡ ਤੇ, साइन अल्फा वाली टर्मां ਨੂੰ ਇੱਕ ਸਾਈਡ ਤੇ ਕਰ ਲਿਆ। ਇਹ ਡਿਵਾਈਡ ਹੋ ਗਿਆ ਉੱਧਰ ਜਾ ਕੇ। साइन ओवर कोस टैन ਹੁੰਦਾ। ਨੈਕਸਟ ਸਟੈਪ 'ਚ ਅਸੀਂ ਲਿਖ ਦਾਂਗੇ ਇਹਨੂੰ टैन। ਇਹਦੇ ਨਾਲ ਹੀ ਮੇਰੀ ਇਹ ਐਕਸਰਸਾਈਜ਼ ਖਤਮ ਹੁੰਦੀ ਆ। ਉਸ ਤੋਂ ਨੈਕਸਟ ਜਿਹੜਾ ਵਾ ਸੈਕਸ਼ਨ 3 ਸ਼ੁਰੂ ਹੋ ਜਾਣਾ, ਉਹ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਉਮੀਦ ਆ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਈਆਂ ਹੋਣਗੀਆਂ। ਜੇ ਤੁਸੀਂ ਮੇਰੀਆਂ ਪਿਛਲੀ ਵੀਡੀਓਜ਼ ਨਹੀਂ ਦੇਖੀਆਂ ਤਾਂ ਆਈ ਬਟਨ ਪ੍ਰੈਸ ਕਰਕੇ ਤੁਸੀਂ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਆ। ਇਹ ਮੈਂ ਲੈਕਚਰ ਨੰਬਰ 9 'ਤੇ ਪਹੁੰਚ ਚੁੱਕਿਆ। ਇਸ ਤੋਂ ਪਿਛਲੇ ਲੈਕਚਰ 8 ਤੁਹਾਡੇ ਲਈ ਸਮਝਣੇ ਬਹੁਤ ਜ਼ਰੂਰੀ ਆ, ਉਹ ਤੁਹਾਡਾ ਬੇਸ ਆ। ਟ੍ਰਿਗਨੋਮੈਟਰੀ ਕਰਨੀ ਬਹੁਤ ਹੀ ਇੰਪੋਰਟੈਂਟ ਆ।
ਮੈਂ ਰਿਕੁਐਸਟ ਕਰੂੰਗਾ ਤੁਹਾਨੂੰ, ਜੇ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਮੇਰੀਆਂ ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬਾਕੀ ਸਟੂਡੈਂਟ ਦਾ ਵੀ ਫਾਇਦਾ ਹੋ ਜਾਵੇ। ਠੀਕ ਹੈ ਜੀ। ਮੈਂ ਫਿਰ ਦੱਸ ਦੇਵਾਂ, ਮੈਂ ਇਹ ਵੀਡੀਓ ਲੋਕਡਾਊਨ ਦਾ ਕਰਕੇ, ਕਰੋਨਾ ਵਾਇਰਸ ਕਰਕੇ, ਕਿਉਂਕਿ ਸਟੂਡੈਂਟ ਘਰਾਂ 'ਚ ਬੈਠੇ ਆ, ਟੀਚਰ ਕੀ ਕਰਦੇ ਆ ਕਿ ਉਹਨਾਂ ਨੂੰ ਨੋਟਸ ਸੈਂਡ ਕਰ ਦਿੰਦੇ ਆ, ਸਮਝਾਉਂਦੇ ਨਹੀਂ। ਇਸ ਕਰਕੇ ਮੈਂ ਇਹ ਵੀਡੀਓ ਤਿਆਰ ਕਰਕੇ ਪਾ ਰਿਹਾ, ਘਰ ਬੈਠੇ ਸਟੂਡੈਂਟ ਦਾ ਫਾਇਦਾ ਹੋ ਸਕੇ। ਠੀਕ ਹੈ ਜੀ। ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾਉਣਾ, ਨੋਟਸ ਤਿਆਰ ਕਰਨੇ ਆ। ਵੀਡੀਓ ਨੂੰ ਵਿੱਚ ਰੋਕ ਕੇ ਤੁਸੀਂ ਆਪਣੇ ਨੋਟਸ ਤਿਆਰ ਕਰੋ। ਜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਤੁਸੀਂ ਇਸ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ, ਮੈਨੂੰ ਕਾਲ ਕਰ ਸਕਦੇ ਆ। ਮੈਂ ਤੁਹਾਨੂੰ ਫ਼ੋਨ 'ਤੇ ਵੀ ਸਮਝਾ ਸਕਦਾ, ਕੋਈ ਪ੍ਰੋਬਲਮ ਨਹੀਂ। ਮੈਂ ਇੱਕ ਦੂਸਰਾ ਨੰਬਰ ਵੀ ਲਿਖ ਕੇ ਦਿੰਦਾ, 94 640 15 050। ਇਸ ਨੰਬਰ 'ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਆ। ਸੁਲਤਾਨਪੁਰ ਲੋਧੀ। ਠੀਕ ਹੈ ਜੀ। ਓਕੇ, ਥੈਂਕ ਯੂ।